तो सूग तो साढ़े नेड़े नहीं सी आती, ट्रैक्टर ते पा के कच्छा ते खेती करने वाले तो झोने 24-24 घंटे रहने वाले बंदे पानी कही तर के मोढे ते बट्टां ते फिरन वाला बंदा तो सूग मनन लग गया। पहला नुक्स पैंदा इत्थों जेड़े कंट्री चों गया गा DNA उहदा गा ते जाके जदों उस DNA नूं अडॉप्ट करदा, उस माहौल नूं, उस कल्चर नूं अडॉप्ट करदा तो फिर इत्थों सारियां बीमारियां दी जड़ शुरू होंदी है। हर कंट्री च रहण वास्ते तुहानूं उत्थों दा कल्चर तो अडॉप्ट करना पैना, पर उत्थों दी खुराक भी अडॉप्ट करनी पैनी है। ਤੇ ਅਜਿਹੇ ਦੇ ਵਿੱਚ ਫਿਰ ਜਿਹੜੇ ਲੋਕ ਉੱਥੇ ਬੈਠੇ ਨੇ, ਸਾਡੇ ਪੰਜਾਬੀ ਉੱਥੇ ਬੈਠੇ ਨੇ, ਤੇ ਉਹਨਾਂ ਨੂੰ ਕਿਹੜੀਆਂ ਗੱਲਾਂ ਦਾ ਜਿਹੜਾ ਉਹ ਖਿਆਲ ਰੱਖਣਾ ਚਾਹੀਦਾ ਆਪਣੀ ਖਾਦ ਖੁਰਾਕ ਨੂੰ ਲੈ ਕੇ, ਆਪਣੀ ਜ਼ਿੰਦਗੀ ਨੂੰ ਲੈ ਕੇ? ਪਰ ਵੈਜੀਟੇਰੀਅਨ ਰਹਿਣ ਦੇ ਨਾਲ ਨਾ ਸਾਨੂੰ ਉਸ ਤਰ੍ਹਾਂ ਦਾ ਪ੍ਰੋਟੀਨ, ਕਾਰਬਨ ਹਾਈਡਰੇਟ, ਜ਼ਿੰਕ, ਫਾਸਫੋਰਸ, ਮੈਗਨੀਸ਼ੀਅਮ, ਮੈਗਨੀਜ਼ ਜਦੋਂ ਤੱਤ ਨਹੀਂ ਪੂਰੇ ਹੁੰਦੇ ਤੇ ਹੌਲੀ ਜਿੰਨੇ ਬੰਦੇ ਠੰਡ ਕੰਟਰੀ 'ਚ ਰਹਿੰਦੇ ਆ ਮਾਸ ਤੇ ਹੱਡੀਆਂ ਅੱਡ ਹੋ ਜਾਂਦੀਆਂ। ਉਹ ਚੀਜ਼ਾਂ ਦਾ ਚੇਂਜ ਆਉਂਦੇ ਜਿਹੜੇ ਪੁਰਾਣੇ ਲੋਕ ਨੇ ਉਹਨਾਂ ਨੂੰ ਅੱਜ ਬਿਮਾਰੀਆਂ, ਧੜੇ ਪੱਕੀ ਬਿਮਾਰੀਆਂ ਲੱਗੀਆਂ, ਗੋਡੇ ਦੁਖ ਰਹੇ, ਜੁਆਇੰਟਸ ਪੇਨ, ਲੰਗਸ ਦੀ ਪ੍ਰੋਬਲਮ, ਔਰ ਈਵਨ ਕਿ ਸਭ ਤੋਂ ਜ਼ਿਆਦਾ ਕੈਂਸਰ ਇੰਗਲੈਂਡ ਵਰਗੀਆਂ ਕੰਟਰੀਆਂ ਤੋਂ ਹੋ ਰਿਹਾ। ਇੱਥੇ ਘਿਓ ਛੱਡਤਾ ਮਾੜਾ ਜਿਹਾ ਕਿਸੇ ਦਾ BP ਵਧਣ ਘਟਣ ਲੱਗ ਗਿਆ, ਬੇਬੇ ਦੀ ਦਵਾਈ ਚੱਲਦੀ ਆ, ਉਹ ਬੇਬੇ ਦੀ ਦਵਾਈ ਦੇ ਚੱਕਰ 'ਚ 10 ਜਣੇ ਜਿਹੜੇ ਘਰ ਦੇ ਮੈਂਬਰ ਉਹ ਵੀ ਦੇਸੀ ਘਿਓ ਛੱਡ ਗਏ। ਜਿਹੜੇ ਮੱਕੀ ਦੀ ਰੋਟੀ ਪਾ ਲਈਏ, ਸਰੋਂ ਦਾ ਸਾਗ ਪਾ ਲਈਏ, ਅਸੀਂ ਦਾਲ ਪਾ ਲਈਏ ਜਾ ਕੇ ਉੱਥੇ, ਅਸੀਂ ਕਹੀਏ ਕਿ ਇੱਥੇ ਜਿਹੜਾ ਕੜੀ ਚਾਵਲ ਅਸੀਂ ਖਾਂਦੇ ਹਾਂ, ਰਾਜਮਾ ਚਾਵਲ ਅਸੀਂ ਖਾਂਦੇ, ਫਿਰ ਇਹ ਪ੍ਰੈਕਟੀਕਲ ਮੈਨੂੰ ਲੱਗਦਾ ਨਹੀਂ ਜੀ ਕਿ ਇਸ ਤਰ੍ਹਾਂ ਪੋਸੀਬਲ ਹੈ ਕੋਈ ਚੀਜ਼। ਜਿਹੜੀ ਚੀਜ਼ ਤੁਹਾਡੀ ਬੋਡੀ ਦੇ ਅੰਦਰ ਤੁਸੀਂ ਬਾਹਰੋਂ ਭੇਜਣ ਲੱਗ ਗਏ, ਇਹ ਮੇਰਾ ਸਾਰੇ ਲੋਕਾਂ ਨੂੰ ਬੇਨਤੀ ਹੈ, ਤੁਸੀਂ ਇਸ ਚੀਜ਼ ਨੂੰ ਚੈੱਕ ਕਰਾ ਕੇ ਦੇਖ ਲਿਓ। ਤੁਹਾਡੀ ਬੋਡੀ ਦਾ ਸਟਰਕਚਰ ਇਹ ਗੱਲ ਕਹਿੰਦਾ ਵੀ ਜਿਹੜੀ ਚੀਜ਼ ਤੁਸੀਂ ਅੰਦਰ ਭੇਜਣ ਲੱਗ ਗਏ ਲੈ ਕੇ ਬਿਨਾਂ ਮਤਲਬ, ਉਹ ਚੀਜ਼ ਤੁਹਾਡੀ ਬੋਡੀ ਨੇ ਬਣਾਉਣੀ ਬੰਦ ਕਰਤੀ। ਬਹੁਤ ਸਾਰੇ ਬੰਦੇ ਦੁਬਈ ਮਿਲੇ ਮੈਨੂੰ ਜੀ, ਜਿਹੜੇ ਬੰਦੇ ਖਜੂਰ ਖਾਈ ਜਾਂਦੇ, ਜੰਮੇ ਹੋਏ ਇੱਥੋਂ ਦੇ, ਉਹ ਖਜੂਰਾਂ ਖਾ ਕੇ ਮੂੰਹ ਪੱਕਣ ਲੱਗ ਗਿਆ, ਪ੍ਰੀਮੈਚੁਰ ਦੇ ਪੇਸ਼ੈਂਟ ਹੋ ਗਏ, ਹੀਟ ਇੰਨੀ ਵੱਧ ਗਈ। ਹੁਣ ਤੁਸੀਂ ਉਹਨਾਂ ਤੇ ਰੀਸ ਕਿਵੇਂ ਕਰ ਸਕਦੇ ਹੋ ਜਿਹੜੇ ਉੱਥੋਂ ਦੇ ਜੰਮੇ ਨੇ? ਸਤਿ ਸ਼੍ਰੀ ਅਕਾਲ ਜੀ, ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਕਾਸਿਫ ਫਾਰੂਕੀ। ਅੱਜ ਅਸੀਂ ਬੜਾ ਹੀ ਨਵੇਕਲਾ ਵਿਸ਼ਾ ਉਹਨਾਂ ਲੋਕਾਂ ਦੇ ਲਈ ਛੇੜਨ ਜਾ ਰਹੇ ਹਾਂ ਜਿਹੜੇ ਲੋਕ ਆਪਣੇ ਘਰੋਂ ਬੇਘਰ ਹੋਏ ਨੇ। ਅਸੀਂ ਨੈਗੇਟਿਵ ਵਾਲੇ ਪਾਸਿਓਂ ਬੇਘਰ ਨਹੀਂ ਕਹਿ ਰਹੇ, ਅਸੀਂ ਪੋਜ਼ਿਟਿਵ ਵਾਲੇ ਪਾਸੇ ਤੋਂ ਇਸ ਦਾ ਅਸੀਂ ਅੱਜ ਪੱਖ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਉਹ ਲੋਕ ਜਿਹੜੇ ਰੋਜ਼ੀ ਰੋਟੀ ਲਈ ਪੰਜਾਬ ਤੋਂ ਬਾਹਰ ਚਲੇ ਗਏ, ਚਾਹੇ ਉਹ ਹਿੰਦੁਸਤਾਨ ਦੇ ਕਿਸੇ ਹਿੱਸੇ ਦੇ ਵਿੱਚ ਜਾ ਕੇ ਬੈਠੇ ਨੇ ਜਾਂ ਫਿਰ ਵਿਦੇਸ਼ ਬੈਠੇ ਨੇ, ਕੈਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ ਜਾਂ ਯੂਰਪ ਦੇ ਕਿਸੇ ਹਿੱਸੇ ਦੇ ਵਿੱਚ ਬੈਠੇ ਨੇ, ਅਤੇ ਪੰਜਾਬ ਦੇ ਵਿੱਚ ਉਹ ਚੰਗੇ ਭਲੇ ਸੀ, ਤੰਦਰੁਸਤ ਸੀ, ਕੋਈ ਬਿਮਾਰੀ ਉਹਨਾਂ ਨੂੰ ਨਹੀਂ ਸੀ। ਪਰ ਜਿਵੇਂ ਹੀ ਉਹਨਾਂ ਨੇ ਘਰੋਂ ਯਾਨੀ ਪੰਜਾਬ ਦੇ ਵਿੱਚੋਂ ਪੈਰ ਪੱਟਿਆ ਤਾਂ ਮਹੀਨੇ, 2 ਮਹੀਨੇ, 2 ਸਾਲ, 5 ਸਾਲ, 10 ਸਾਲ, 20 ਸਾਲ ਬਾਅਦ ਉਹਨਾਂ ਨੂੰ ਕਿਸੇ ਨਾ ਕਿਸੇ ਗੰਭੀਰ ਬਿਮਾਰੀ ਨੇ ਆਪਣੀ ਲਪੇਟ 'ਚ ਲੈ ਲਿਆ। ਅਜਿਹੇ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਸਮਝਣ ਦੀ ਜ਼ਰੂਰਤ ਹੈ। ਇਸ ਕਰਕੇ ਅਸੀਂ ਸਭ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਜੋ ਪੰਜਾਬ ਦੇ ਵਿੱਚੋਂ ਜਾਣ ਬਾਰੇ ਸੋਚ ਰਹੇ ਨੇ ਜਾਂ ਪੰਜਾਬ ਦੇ ਵਿੱਚੋਂ ਚਲੇ ਗਏ ਨੇ, ਉਹ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣ। ਉਸ ਤੋਂ ਬਾਅਦ ਮੈਨੂੰ ਲੱਗਦਾ ਕਿ ਬਹੁਤ ਸਾਰੇ ਜਿਹੜੇ ਸਵਾਲ ਨੇ, ਬਹੁਤ ਸਾਰੀ ਜਾਣਕਾਰੀ ਹੈ ਜਿਹੜੀ ਅੱਜ ਇਸ ਵੀਡੀਓ ਦੇ ਵਿੱਚ ਮਿਲਣ ਵਾਲੀ ਹੈ। ਕਿਉਂਕਿ ਅੱਜ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਵੈਦ ਜਗਦੀਪ ਸਿੰਘ ਨੇ, ਜੋ ਵੱਖੋ-ਵੱਖ ਕੰਟਰੀਆਂ ਦੇ ਵਿੱਚੋਂ ਹਜ਼ਾਰਾਂ ਮਰੀਜ਼ਾਂ ਦਾ ਜਿਹੜਾ ਇਲਾਜ ਹੈ ਉਹ ਕਰ ਚੁੱਕੇ ਨੇ। ਬੜੀ ਇੰਟਰਸਟਿੰਗ ਇੰਟਰਵਿਊ ਰਹਿਣ ਵਾਲੀ ਹੈ, ਬੜੇ ਸਿੱਧੇ ਜਿਹੇ ਸਵਾਲ ਨੇ ਔਰ ਹਮੇਸ਼ਾ ਦੀ ਤਰ੍ਹਾਂ ਬੇਬਾਕ ਜਵਾਬ ਮੈਨੂੰ ਲੱਗਦਾ ਕਿ ਮਿਲਣ ਵਾਲੇ ਨੇ। ਪਹਿਲਾਂ ਸਵਾਗਤ ਕਰ ਲੈਂਦੇ ਹਾਂ ਵੈਦ ਜੀ ਦਾ। ਬਹੁਤ ਸਵਾਗਤ ਹੈ ਜੀ ਵੈਦ ਜੀ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫਿਰ। ਸਤਿ ਸ਼੍ਰੀ ਅਕਾਲ ਫਰੂਕੀ ਸਾਹਿਬ, ਤੁਹਾਡੇ ਤੇ ਤੁਹਾਡੇ ਦਰਸ਼ਕਾਂ ਦਾ, ਜਿਹੜੇ ਲੋਕ ਪਿਆਰ ਕਰਦੇ ਆ। ਸੱਚੇ ਪਾਤਸ਼ਾਹ ਕਿਰਪਾ ਕਰਨ, ਸਾਰੀ ਦੁਨੀਆ ਦੇ ਲੋਕ ਤੰਦਰੁਸਤ ਰਹਿਣ ਜੀ। ਵੈਦ ਜੀ ਕਹਿੰਦੇ ਨੇ ਪੰਜਾਬੀ ਤੇ ਆਲੂ ਇਹ ਪੂਰੀ ਦੁਨੀਆ ਦੇ ਵਿੱਚ ਮਿਲਦੇ ਨੇ, ਪਰ ਆਲੂ ਜੇਕਰ ਗਲਣ 'ਤੇ ਆਵੇ ਤਾਂ ਬਹੁਤ ਛੇਤੀ ਦਿਨਾਂ ਦੇ ਵਿੱਚ ਹੀ ਗਲ ਜਾਂਦਾ ਹੈ। ਇਸੇ ਤਰੀਕੇ ਨਾਲ ਅਸੀਂ ਦੇਖਦੇ ਹਾਂ ਕਿ ਅਗਰ ਬਿਮਾਰੀ ਕਿਸੇ ਮਨੁੱਖ ਨੂੰ ਲੱਗ ਜੇ, ਕੋਈ ਗੰਭੀਰ ਬਿਮਾਰੀ ਲੱਗ ਜੇ, ਤਾਂ ਪਤਾ ਲੱਗਦਾ ਕਿ ਮਹੀਨਾ ਪਹਿਲਾਂ ਬੰਦਾ ਤੰਦਰੁਸਤ ਸੀ ਅਤੇ 1 ਮਹੀਨੇ ਬਾਅਦ ਉਹ ਡੈਥ ਬੈੱਡ ਦੇ ਉੱਤੇ ਪਹੁੰਚ ਜਾਂਦਾ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਬਿਮਾਰੀਆਂ ਨੇ, ਜਿਹੜੇ ਲੋਕ ਇੱਥੋਂ ਚਲੇ ਗਏ ਨੇ, ਪੰਜਾਬ ਦੇ ਵਿੱਚੋਂ ਚਲੇ ਗਏ ਨੇ, ਵਿਦੇਸ਼ ਦੇ ਵਿੱਚ ਚਲੇ ਗਏ ਨੇ, ਉਹਨਾਂ ਦੀ ਅਕਸਰ ਜਿਹੜੀਆਂ ਮੈਨੂੰ ਕਾਲਸ ਆਉਂਦੀਆਂ ਨੇ, ਫੋਨਸ ਆਉਂਦੇ ਨੇ ਕਿ ਸਾਨੂੰ ਪਤਾ ਹੀ ਨਹੀਂ ਕੀ ਲੱਗਦਾ ਕਿ ਅਸੀਂ ਚੰਗੇ ਭਲੇ ਪੰਜਾਬ ਦੇ ਵਿੱਚੋਂ ਜਾਂਦੇ ਹਾਂ, ਸਾਨੂੰ ਬਿਮਾਰੀ ਕੋਈ ਨਾ ਕੋਈ ਗੰਭੀਰ ਵਿਦੇਸ਼ ਦੇ ਵਿੱਚ ਜਾ ਕੇ ਹੋ ਜਾਂਦੀ ਹੈ, ਉਹ ਚਾਹੇ ਕੁਛ ਵੀ ਹੋਵੇ। ਇਹਦਾ ਕੀ ਕਾਰਨ ਹੈ ਜੀ? ਫਰੂਕੀ ਸਾਹਿਬ, ਜਿੱਥੇ ਪ੍ਰਮਾਤਮਾ ਨੇ ਤੁਹਾਨੂੰ ਭੇਜਿਆ, ਕਿਉਂਕਿ ਸਤਿਗੁਰੂ ਕਹਿੰਦੇ ਵੀ ਆਪੇ ਸਾਜੇ, ਆਪੇ ਰੰਗੇ ਅਤੇ ਆਪੇ ਨਜ਼ਰ ਕਰੇ। ਉਹਦੀ ਨਜ਼ਰ ਜਿਹੜੀ ਆ ਜਿੱਥੇ ਤੁਹਾਨੂੰ ਪੈਦਾ ਕਰਦੀ ਆ, ਉਹਦੇ ਮੁਤਾਬਕ ਤੁਹਾਡਾ DNA ਪੈਦਾ ਹੁੰਦਾ। DNA ਜਿਹੜਾ ਗਾ ਉਹ ਕੰਟਰੀ ਟੂ ਕੰਟਰੀ ਡਿਪੈਂਡ ਕਰਦਾ ਕਿ ਤੁਸੀਂ ਕਿਹੜੀ ਕੰਟਰੀ 'ਚ ਪੈਦਾ ਹੋਏ ਵੇ ਲੋਕ ਹੋ।
ਹੁਣ ਜਿਹੜਾ ਬੰਦਾ ਪੰਜਾਬ 'ਚ ਪੈਦਾ ਹੋਇਆ, ਇੱਥੋਂ ਦੇ ਐਟਮੋਸਫੀਅਰ 'ਚ ਪੈਦਾ ਹੋਇਆ, ਇੱਥੇ ਦੇ ਮਾਹੌਲ ਦੇ ਵਿੱਚ ਉਹਦਾ ਡੀਐਨਏ ਤੋਂ ਉਹ ਬਣ ਕੇ ਆਇਆ, ਫਿਰ ਉਹ ਕਿਹੋ ਜਿਹਾ ਐਟਮੋਸਫੀਅਰ ਇੱਥੇ ਪੋਹ ਮਾਗਦੀਆਂ ਉਹਨੇ ਠੰਡਾਂ ਦੇਖੀਆਂ, ਹਾੜ ਅਤੇ ਜੇਠ ਦੀ ਗਰਮੀ ਦੇਖੀ ਹੈ, ਮੌਸਮ ਅਨੁਸਾਰ ਉਹਦਾ ਸਰੀਰ ਢਲਿਆ। ਫਿਰ ਉਸ ਤੋਂ ਬਾਅਦ ਉਹਨੇ ਇੱਥੇ ਧੂੜ ਮਿੱਟੀ 'ਚ ਰਿਹਾ, ਖੇਤੀ ਕੀਤੀ, ਗੰਦੇ ਪੈਰ, ਲਿਬੜ ਜਾਣਾ, ਹੋਰ ਆ ਮਿੱਟੀ 'ਚ ਮਿੱਟੀ ਬਣ ਕੇ ਖੇਤੀ ਕਰਨੀ, ਕੰਮ ਕਰਨਾ, ਮਜ਼ਦੂਰੀ ਕਰਨੀ, ਸਾਡੇ ਵਾਲੇ ਕੰਮ 'ਚ ਲਾ ਲਓ, ਰਾਮਗੜੀਆਂ 'ਚ ਹੋਰ ਸਾਰੇ ਤਰ੍ਹਾਂ ਦੇ ਲੋਕ ਇੱਥੇ ਕੰਮ ਕਰਦੇ, ਕਿਉਂਕਿ ਇਹ ਸਾਡਾ ਸਾਂਝਾ ਵਿਰਸਾ ਪ੍ਰੋਗਰਾਮ ਆ। ਉਸ ਤੋਂ ਬਾਅਦ ਹੌਲੀ ਹੌਲੀ ਜਦੋਂ ਉਹਨੂੰ ਸਮਝ ਲੱਗ ਗਈ ਅਤੇ ਉਹ ਜਦੋਂ ਬਾਹਰਲੀ ਕੰਟਰੀ 'ਚ ਜਾ ਗਿਆ ਤਾਂ ਉਹ ਬਾਹਰਲੇ ਬੰਦਿਆਂ ਦੀ ਰੀਸ ਦੇ ਅਨੁਸਾਰ ਉਹਦੇ ਦਿਮਾਗ 'ਤੇ ਵੀ ਗੱਲ ਉਹੀ ਚੱਲ ਪਈ। ਉਹ ਉੱਥੇ ਬੈਠਾ ਅਤੇ ਹੱਥ ਕਿਸੇ ਚੀਜ਼ ਨੂੰ ਲਾਉਂਦਾ ਅਤੇ ਸੂਗ ਮੰਨਣ ਲੱਗ ਗਿਆ। ਅਤੇ ਸੂਗ ਤਾਂ ਸਾਡੇ ਨੇੜੇ ਨਹੀਂ ਸੀ ਆਉਂਦੀ ਸੀ, ਤਾਂ ਟਰੈਕਟਰ 'ਤੇ ਪਾ ਕੇ ਕੱਛਾ 'ਤੇ ਖੇਤੀ ਕਰਨ ਵਾਲੇ ਅਤੇ ਝੋਨੇ 'ਚ 24-24 ਘੰਟੇ ਰਹਿਣ ਵਾਲੇ ਬੰਦੇ, ਪਾਣੀ ਕਹੀ ਧਰ ਕੇ ਮੋਢੇ 'ਤੇ, ਵੱਟਾਂ 'ਤੇ ਫਿਰਨ ਵਾਲਾ ਬੰਦਾ ਅਤੇ ਸੂਗ ਮੰਨਣ ਲੱਗ ਗਿਆ। ਪਹਿਲਾ ਨੁਕਸ ਪੈਂਦਾ ਇੱਥੋਂ ਜੀ। ਦੂਸਰੀ ਗੱਲ ਕਿ ਉਹ ਇੱਕ ਵੱਖਰੇ ਤਰੀਕੇ ਦੀ ਨਜ਼ਰ ਉੱਥੇ ਜਾ ਕੇ ਦੇਖਣ ਲੱਗ ਗਿਆ ਲੋਕਾਂ ਨੂੰ। ਇੱਥੇ ਆਏ ਬੰਦਿਆਂ ਨੂੰ ਵੀ ਗੰਦੇ ਜੇ ਲੋਕ ਨੇ ਜੀ, ਇੱਥੇ ਕਿਹੜਾ ਇਹਨਾਂ ਨੂੰ ਸਮਝ ਹੈਗੀ ਆ, ਫਲਾਨਾ ਧੌਂਕਾ ਜੀ, ਕਿਸੇ ਨੇ ਹੱਥ ਨਹੀਂ ਧੋਤੇ ਰੋਟੀ ਤੋਂ ਬਾਅਦ, ਫਲਾਨਾ ਧੌਂਕਾ, ਰਿਹਾ ਇੱਥੇ ਹੀ ਆ, ਗਿਆ ਇੱਥੇ ਹੀ ਆ। ਪਰ ਉਹ ਇੱਕ ਜਿਹੜੀ ਵੱਖਰੇ ਤਰ੍ਹਾਂ ਦੀ ਸੂਗ ਉਹਨੂੰ ਸਮਝ ਲਾਉਣ ਲੱਗ ਗਈ, ਉਹ ਵੀ ਸਾਨੂੰ ਮਾਨਸਿਕ ਰੋਗੀ ਕਰਦੀ ਹੈ। ਤੀਸਰੇ ਨੰਬਰ 'ਤੇ ਅਸੀਂ ਜਿਹੜੀ ਕੰਟਰੀ 'ਚ ਪੈਦਾ ਹੋਏ ਹਾਂ, ਹੁਣ ਜੇ ਤੁਸੀਂ ਕਹੋ ਵੀ ਇੱਥੇ ਲਿਆ ਕੇ ਖਜੂਰ ਦਾ ਬੂਟਾ ਲਾ ਦਈਏ, ਨਹੀਂ ਲੱਗਦਾ, ਅਤੇ ਦੁਬਈ ਦੇ ਵਿੱਚ ਖਜੂਰ ਖਾਈ ਜਾਂਦੇ ਆ। ਜਿਹੜੇ ਬੰਦੇ ਜਿਹੜੀ ਕੰਟਰੀ 'ਚ ਪੈਦਾ ਹੋਏ ਉਹਦੇ ਮੁਤਾਬਕ ਡਾਈਟ ਆ ਉੱਥੇ। ਜਿਹੜੇ ਗੋਰੇ ਉੱਥੇ ਦੇ ਪੈਦਾ ਹੋਏ ਉਹਨਾਂ ਨੇ ਉਸ ਜਿਹੀ ਪੈਦਾ ਹੋਣ ਸਾਰੀ ਬਰਗਰ, ਪੀਜ਼ੇ, ਹਗੀਜ਼ ਅਤੇ ਬਹੁਤ ਸਾਰੇ ਆਪਾਂ ਗੱਲ ਵੀ ਕੀਤੀ ਵੀ ਟੈਡੀ ਪਾਲੇ ਅਤੇ ਉਹ ਡਾਈਪਰ ਲਾਉਣ ਵਾਲੇ ਬੰਦੇ, ਪਰ ਸਾਡੇ ਵਾਲੇ ਨੇ ਉੱਥੇ ਜਾ ਕੇ ਵੀ ਇਹੀ ਕਲਚਰ ਅਡੋਪਟ ਕਰ ਲਿਆ। ਜਿਹੜੇ ਕੰਟਰੀ 'ਚੋਂ ਗਿਆ ਗਾ ਡੀਐਨਏ ਉਹਦਾ ਗਾ, ਅਤੇ ਜਾ ਕੇ ਜਦੋਂ ਉਸ ਡੀਐਨਏ ਨੂੰ ਅਡੋਪਟ ਕਰਦਾ, ਉਸ ਮਾਹੌਲ ਨੂੰ, ਉਸ ਕਲਚਰ ਨੂੰ ਅਡੋਪਟ ਕਰਦਾ, ਅਤੇ ਫਿਰ ਇੱਥੋਂ ਸਾਰੀਆਂ ਬਿਮਾਰੀਆਂ ਦੀ ਜੜ ਸ਼ੁਰੂ ਹੁੰਦੀ ਹੈ। ਜਿਵੇਂ ਹਜ਼ਾਰਾਂ ਬੰਦੇ ਲੰਗਸ ਦੇ ਮਰੀਜ਼ ਨੇ ਜੀ ਇਸ ਟਾਈਮ ਸਾਡੇ ਕੋਲ 68,000 ਤੋਂ ਜ਼ਿਆਦਾ ਮਰੀਜ਼ ਆ। ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ। ਆਸਟ੍ਰੇਲੀਆ ਦੇ ਵਿੱਚੋਂ ਸਭ ਤੋਂ ਜ਼ਿਆਦਾ ਮਰੀਜ਼ ਸਾਡੇ ਕੋਲ ਨੇ ਲੰਗਸ ਦੇ, ਜਿਨ੍ਹਾਂ ਨੂੰ ਪੱਛੋਂ ਪੂਰਾ ਵਗਦਾ ਜਿਵੇਂ ਠੰਡੀ ਹਵਾ ਅਤੇ ਲੰਗਸ ਇਕੱਠੇ ਕਰ ਦਿੰਦੀ ਹੈ, ਅਤੇ ਲੰਗਸ ਜਦੋਂ ਸਾਹ ਲੈਂਦੇ, ਇਨਹੇਲਰ ਅਸਥਮਾ, ਬ੍ਰੌਂਕਿਸਟ ਅਸਥਮਾ, ਚੈਸਟ ਇਨਫੈਕਸ਼ਨ। ਗਏ ਉਸ ਕੰਟਰੀ 'ਚ ਸੀਗੇ, ਹੈਗੇ ਇਸ ਕੰਟਰੀ ਦੇ, ਪਰ ਉਹ ਜਲਦੀ ਅਡੋਪਟ ਨਹੀਂ ਕਰ ਪਾਏ ਕਿਉਂਕਿ ਬੋਡੀ ਦਾ ਸਟਰਕਚਰ ਉਸ ਡੀਐਨਏ ਨਾਲ ਬਣ ਕੇ ਆਇਆ। ਫਿਰ ਜਿਹੜੇ ਬੰਦੇ ਵੈਜੀਟੇਰੀਅਨ ਨੇ ਖਾਸ ਕਰਕੇ, ਉਹ ਗਏ ਉਸ ਕੰਟਰੀ 'ਚ ਨੇ ਜਿਹੜੀਆਂ ਕੰਟਰੀਆਂ ਦੇ ਵਿੱਚ ਨੌਨ ਵੈਜ ਤੋਂ ਬਿਨਾਂ ਨਹੀਂ ਰਹਿ ਸਕਦੇ, ਪਰ ਵੈਜੀਟੇਰੀਅਨ ਰਹਿਣ ਦੇ ਨਾਲ ਨਾ ਸਾਨੂੰ ਉਸ ਤਰ੍ਹਾਂ ਦਾ ਪ੍ਰੋਟੀਨ, ਕਾਰਬਨ, ਹਾਈਡਰੇਟ, ਜ਼ਿੰਕ, ਫਾਸਫੋਰਸ, ਮੈਗਨੀਸ਼ੀਅਮ, ਮੈਗਨੀਜ਼, ਜਦੋਂ ਤੱਤ ਨਹੀਂ ਪੂਰੇ ਹੁੰਦੇ ਅਤੇ ਹੌਲੀ 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 ਜਿੰਨੇ ਬੰਦੇ ਠੰਡ ਕੰਟਰੀ 'ਚ ਰਹਿੰਦੇ ਆ, ਮਾਸ ਅਤੇ ਹੱਡੀਆਂ ਅੱਡ ਹੋ ਜਾਂਦੀਆਂ। ਇੰਗਲੈਂਡ ਦੇ ਵਿੱਚੋਂ ਸਾਡੇ ਕੋਲ 27-28 ਪੇਸ਼ੈਂਟ ਇਹੋ ਜਿਹਾ ਜਿਨ੍ਹਾਂ ਦੇ ਮਾਸ ਅੱਡ ਹੋ ਗਿਆ, ਹੱਡੀਆਂ ਅੱਡ ਹੋ ਗਈਆਂ, ਬੁੱਢੇ ਹੋ ਗਏ ਜਲਦੀ, ਏਜ ਤੋਂ ਜਲਦੀ ਪਹਿਲਾਂ ਬੁੱਢੇ ਹੋ ਗਏ। ਸੈਕਸੁਅਲ ਲਾਈਫ ਉਹਨਾਂ ਦੀ ਠੰਡ ਕਰਕੇ ਕਮਜ਼ੋਰ ਹੋ ਗਈ। ਮੀਂਹ ਦਾ ਮੌਸਮ ਆ, 10 ਮਹੀਨੇ ਠੰਡ ਪੈਂਦੀ ਆ, ਮੀਂਹ ਪੈਂਦਾ, ਸਲਾਬਾ ਆਉਂਦਾ, ਉਹਦੇ ਕਰਕੇ ਵੀ ਲੋਕ ਮਾਨਸਿਕ ਰੋਗੇ। ਜੇ ਕਿਸੇ ਨੂੰ ਕਹਿੰਦੇ ਵੀ ਤੁਸੀਂ ਵਾਈਨ ਪੀਂਦੇ ਹੋ, ਕਹਿੰਦਾ ਮੈਂ ਹੱਥ ਨਹੀਂ ਲਾਉਂਦਾ, ਸ਼ਰਾਬ ਪੀਂਦੇ ਹੋ ਨਹੀਂ ਪੀਂਦਾ, ਨੌਨ ਵੈਜ ਖਾਂਦੇ ਹੋ ਮੈਂ ਨਹੀਂ ਖਾਂਦਾ। ਉਹ ਜਿਹੜੀਆਂ ਚੀਜ਼ਾਂ ਦੀ ਡਾਈਟ ਉੱਥੇ ਲੋੜ ਆ, ਕਿਉਂਕਿ ਕੰਟਰੀ ਦੀ ਫਰਕ ਆ। ਹਰ ਕੰਟਰੀ 'ਚ ਰਹਿਣ ਵਾਸਤੇ ਤੁਹਾਨੂੰ ਉੱਥੋਂ ਦਾ ਕਲਚਰ ਤਾਂ ਅਡੋਪਟ ਕਰਨਾ ਪੈਣਾ, ਪਰ ਉੱਥੋਂ ਦੀ ਖੁਰਾਕ ਵੀ ਅਡੋਪਟ ਕਰਨੀ ਪੈਣੀ ਹੈ। ਅੱਜ ਦੇ ਨੌਜਵਾਨ ਬੱਚੇ ਜਿਹੜੇ ਹੁਣ ਗਏ ਆ, ਜਿਹੜੇ ਨੌਨ ਵੈਜ ਖਾਂਦੇ ਆ, ਠੰਡ 'ਚ ਰਹਿੰਦੇ ਆ, ਉਸ ਤਰ੍ਹਾਂ ਦੀ ਮਸਤੀ 'ਚ ਰਹਿੰਦੇ ਆ, ਖੁਸ਼ ਰਹਿੰਦੇ ਆ, ਕੰਮ ਉਹੋ ਜਿਹਾ ਕਰਦੇ ਆ, ਉਹ ਚੀਜ਼ਾਂ ਦਾ ਚੇਂਜ ਆਉਂਦੇ ਆਉਂਦੇ ਜਿਹੜੇ ਪੁਰਾਣੇ ਲੋਕ ਨੇ ਉਹਨਾਂ ਨੂੰ ਅੱਜ ਬਿਮਾਰੀਆਂ, ਧੜੇ ਪੱਕੀ ਬਿਮਾਰੀਆਂ ਲੱਗੀਆਂ, ਗੋਡੇ ਦੁਖ ਰਹੇ, ਜੁਆਇੰਟਸ ਪੇਨ, ਲੰਗਸ ਦੀ ਪ੍ਰੋਬਲਮ, ਔਰ ਈਵਨ ਕਿ ਸਭ ਤੋਂ ਜ਼ਿਆਦਾ ਕੈਂਸਰ ਇੰਗਲੈਂਡ ਵਰਗੀਆਂ ਕੰਟਰੀਆਂ ਤੋਂ ਹੋ ਰਿਹਾ। ਉਹ ਕਿਉਂ ਜੀ? ਕਿਉਂਕਿ ਮੌਸਮ ਸਲਾਬਾ, ਗਿਆ ਬੰਦਾ ਇੱਥੋਂ ਆ। ਇੰਗਲੈਂਡ ਦੇ ਵਿੱਚ ਸਾਡੇ ਕੋਲ ਹੁਣ ਗੋਰੇ ਜਿਹੜੇ ਉੱਥੋਂ ਦੇ ਰਹਿਣ ਵਾਲੇ, ਉਹਨਾਂ ਲੋਕਾਂ ਨੂੰ ਵੀ ਬਹੁਤ ਵੱਡੀ ਤਾਦਾਦ ਦੇ ਵਿੱਚ ਕੈਂਸਰ ਆ। ਹਿਊਮਿਡਿਟੀ ਜਿਹੜੀ ਅੰਦਰ ਜਾਂਦੀ ਆ, ਤੁਹਾਡੇ 'ਚੋਂ ਪਾਣੀ ਸੱਕ ਕਰਦੀ ਹੈ ਜੀ, ਅੰਦਰ ਸਲਾਬ ਬਣਦੀ ਹੈ, ਫੰਗਸ ਇਨਫੈਕਸ਼ਨ ਆ। 90% ਲੋਕਾਂ ਦੇ ਉੱਥੇ ਨਹੁੰ ਗਲ ਗਏ ਨੇ, ਪੈਰਾਂ ਦੇ ਨਹੁੰ ਗਲ ਜਾਂਦੇ, ਫੰਗਲ ਹੋ ਗਈ ਉਹਨਾਂ ਨੂੰ। ਹੁਣ ਤਾਂ ਕੈਨੇਡਾ, ਅਮਰੀਕਾ ਤੋਂ, ਇਹਨਾਂ ਕੰਟਰੀਆਂ ਤੋਂ ਵੀ ਫੰਗਲ ਇਨਫੈਕਸ਼ਨ ਆ, ਖਾਜ ਆ। ਦੂਸਰੀ ਗੱਲ ਆ, ਇੱਥੇ ਅਸੀਂ ਮੌਸਮ 'ਚ ਰਹੇ, ਜੇਠ ਹਾੜ ਦੇ ਮਹੀਨੇ ਅਸੀਂ ਔੜੂ 'ਚ ਨਹਾਉਣ ਵਾਲੇ ਬੰਦੇ, ਨਲਕੇ ਥੱਲੇ ਪਾਣੀ, ਠੰਡੇ ਪਾਣੀ ਨਾਲ ਨਹਾਉਣ ਵਾਲੇ, ਉੱਥੇ 24 ਘੰਟੇ ਅਸੀਂ ਗਰਮ ਪਾਣੀ ਨਾਲ ਨਹਾ ਰਹੇ ਹਾਂ, ਜਿਹਦੇ ਵਿੱਚੋਂ ਤੁਹਾਡੀ ਸਕਿਨ ਦਾ ਮੋਇਸਚਰ ਖਤਮ ਹੋ ਜਾਂਦਾ। ਉਹਦੇ ਕਰਕੇ ਵੀ ਬਹੁਤ ਸਾਰੇ ਬੰਦਿਆਂ ਨੂੰ ਕੈਂਸਰ ਹੋ ਰਿਹਾ ਹੈਗਾ। ਮੈਂ ਲੋਕਾਂ ਨੂੰ ਇਹੀ ਗੱਲ ਸਮਝਾਉਣੀ ਚਾਹੁੰਦਾ ਕਿ ਜਿਹੜੀ ਕੰਟਰੀ 'ਚ ਤੁਸੀਂ ਗਏ ਹੋ ਉਹਦਾ ਕੁਛ ਨਾ ਕੁਛ, ਹੁਣ ਇੱਥੇ ਸਾਗ ਦੇ ਵਿੱਚ ਕੜਛੀ ਪਾ ਕੇ ਦੇਸੀ ਘਿਓ ਦੀ ਖਾਣ ਵਾਲੇ ਬੰਦੇ, ਅਤੇ ਉੱਥੇ ਅਸੀਂ ਖਾ ਰਹੇ ਹਾਂ ਤੇਲ। ਉਹ ਤੇਲ ਦਾ ਇੱਥੇ ਵੀ ਪੰਜਾਬ ਦੇ ਉੱਤੇ ਵੀ ਸਾਡੇ 'ਤੇ ਅਸਰ ਪੈ ਗਿਆ। ਇੱਥੇ ਘਿਓ ਛੱਡਤਾ, ਮਾੜਾ ਜਿਹਾ ਕਿਸੇ ਦਾ BP ਵਧਣ ਘਟਣ ਲੱਗ ਗਿਆ, ਬੇਬੇ ਦੀ ਦਵਾਈ ਚੱਲਦੀ ਆ। ਉਹ ਬੇਬੇ ਦੀ ਦਵਾਈ ਦੇ ਚੱਕਰ 'ਚ 10 ਜਣੇ ਜਿਹੜੇ ਘਰ ਦੇ ਮੈਂਬਰ ਉਹ ਵੀ ਦੇਸੀ ਘਿਓ ਛੱਡ ਗਏ। ਦੇਸੀ ਘਿਓ ਖਾਣ ਵਾਲੇ ਬਜ਼ੁਰਗਾਂ ਦੇ ਕੱਦ ਕਾਠ, ਸਿਹਤ ਅਤੇ ਸੈਕਸੁਅਲ ਲਾਈਫ ਨੂੰ ਦੇਖ ਲਓ, ਅਤੇ ਅੱਜ ਦੇ ਸਾਡੇ ਵਰਗੇ ਜਿਹੜੇ ਤੇਲ ਖਾਣ ਵਾਲੇ, ਰਿਫਾਈਨਡ ਫਲਾਨਾ ਧੁੰਕੜਾ ਉਂਕੜਾ, ਜਿੰਨੇ ਤਰ੍ਹਾਂ ਦੇ ਅਸੀਂ ਤੇਲ ਖਾਂਦੇ ਹਾਂ, ਅਤੇ 25 ਕੁ ਪੌੜੀਆਂ ਚੜ੍ਹਾ ਕੇ ਦੇਖੋ ਅਤੇ ਸਾਹ ਨਹੀਂ ਰਲਦਾ। ਦੇਸੀ ਘਿਓ ਖਾਣ ਵਾਲੇ ਬੰਦਿਆਂ ਨੂੰ 1% ਬਿਮਾਰੀ ਸੀ ਹਾਰਟ ਅਟੈਕ ਦੀ,
ਪੁਰਾਣਾ ਇਤਿਹਾਸ ਫਰੋਲ ਕੇ ਦੇਖ ਲਓ, ਉਹਦੇ 'ਤੇ ਅਸੀਂ ਕਿਤਾਬ ਲਿਖ ਰਹੇ ਹਾਂ ਹੁਣ। ਜਿੰਨੇ ਪੁਰਾਣੇ ਬਜ਼ੁਰਗ ਅੱਜ ਤੱਕ ਡੈਥ ਹੋਈ ਆ, ਹਾਰਟ ਅਟੈਕ ਦੀ ਗਿਣਤੀ ਸੀ 1%, ਅੱਜ ਹਾਰਟ ਅਟੈਕ ਦੀ ਗਿਣਤੀ ਹੈ 98%। ਜਿਹੜਾ ਬੰਦਾ ਮਰ ਗਿਆ ਕਹਿੰਦੇ ਸਾਇਲੈਂਟ ਅਟੈਕ ਹੋ ਗਿਆ ਜੀ। ਆਪਣੇ ਪੁਰਾਣੇ ਬਜ਼ੁਰਗਾਂ ਵੇਲੇ ਸਾਇਲੈਂਟ ਅਟੈਕ ਹੀ ਨਹੀਂ ਸੁਣਿਆ ਸੀ ਕਿਸੇ ਨੇ ਵੀ ਅਟੈਕ ਹੁੰਦਾ ਕੀ ਹੈ ਜੀ। ਜੇ ਕਿਸੇ ਨੂੰ ਬਹੁਤ ਦੂਰ ਦੇ ਬੰਦੇ ਨੂੰ ਅਟੈਕ ਹੋਣਾ ਤਾਂ ਲੋਕ ਗੱਲ ਕਰਦੇ ਸੀ ਵੀ ਹਾਰਟ ਅਟੈਕ ਨਾਲ ਬੰਦਾ ਮਰਿਆ। ਅੱਜ ਸਾਡੇ ਅੰਦਰ ਉਸ ਚੀਜ਼ਾਂ ਦਾ ਕਲਚਰ ਚੇਂਜ ਹੋ ਗਿਆ, ਖੁਰਾਕ ਸਾਡੀ ਚੇਂਜ ਹੋ ਗਈ। ਤਾਂ ਪੰਜਾਬੀਆਂ ਦੀ ਗੱਲ ਹੈ ਵੀ ਜਿਹਦੀ ਰੀਸ ਦੇ ਮਗਰ ਲੱਗ ਜਾਣ ਫਿਰ ਉਧਰ ਨੂੰ ਤੁਰ ਪੈਂਦੇ ਜੀ। ਅਸੀਂ ਜਿਹੜੀ ਇਸ ਮਾਮਲੇ ਦੇ ਉੱਤੇ ਜੀ ਬਹੁਤ ਜ਼ਿਆਦਾ ਜਿਹੜੇ ਸਵਾਲ ਜਵਾਬ ਨੇ, ਪਰ ਮੈਨੂੰ ਇਹ ਗੱਲ ਦੱਸੋ ਕਿ ਜਿਹੜੇ ਲੋਕ ਇੰਗਲੈਂਡ ਚਲੇ ਗਏ, ਤੁਸੀਂ ਇੰਗਲੈਂਡ ਦੀ ਗੱਲ ਕਰ ਰਹੇ ਹੋ, ਇੰਗਲੈਂਡ ਦੇ ਵਿੱਚ ਜਿਹੜਾ ਮੌਸਮ ਹੈ ਬੜਾ ਸਲਾਬਾ ਮੌਸਮ ਹੈ, ਅਤੇ ਅਜਿਹੇ ਦੇ ਵਿੱਚ ਫਿਰ ਜਿਹੜੇ ਲੋਕ ਉੱਥੇ ਬੈਠੇ ਨੇ, ਸਾਡੇ ਪੰਜਾਬੀ ਉੱਥੇ ਬੈਠੇ ਨੇ, ਅਤੇ ਉਹਨਾਂ ਨੂੰ ਕਿਹੜੀਆਂ ਗੱਲਾਂ ਦਾ ਜਿਹੜਾ ਉਹ ਖਿਆਲ ਰੱਖਣਾ ਚਾਹੀਦਾ ਆਪਣੀ ਖਾਦ ਖੁਰਾਕ ਨੂੰ ਲੈ ਕੇ, ਆਪਣੀ ਜ਼ਿੰਦਗੀ ਨੂੰ ਲੈ ਕੇ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਜਿਹੜੀ ਕੰਟਰੀ 'ਚ ਤੁਸੀਂ ਚਲੇ ਗਏ ਹੋ, ਈਸ਼ਵਰ ਨੇ ਕਿਰਪਾ ਕੀਤੀ, ਪ੍ਰਮਾਤਮਾ ਨੇ ਤੁਹਾਨੂੰ ਤਰੱਕੀਆਂ ਬਖਸ਼ੀਆਂ। ਮੈਂ ਹੁਣ ਸਕਾਟਲੈਂਡ ਜਾ ਕੇ ਆਇਆ, ਸਭ ਤੋਂ ਜ਼ਿਆਦਾ ਦੁਨੀਆ ਦੀ ਵੱਡੀਆਂ ਸ਼ਰਾਬ ਦੀਆਂ ਫੈਕਟਰੀਆਂ, ਵਾਈਨ ਦੀਆਂ ਫੈਕਟਰੀਆਂ, ਉੱਥੇ ਪਾਣੀ ਦੁਨੀਆ ਦਾ ਸਭ ਤੋਂ ਸ਼ੁੱਧ ਹੈ। ਲੇਕਿਨ ਚੱਕਰ ਕੀ, ਜਦੋਂ ਤੁਸੀਂ ਉਸ ਕੰਟਰੀ 'ਚ ਵੀ ਜਾ ਕੇ ਪਿੱਛੇ ਵਾਲਾ ਲੜ ਨਹੀਂ ਨਾ ਛੱਡਦੇ, ਉੱਥੇ ਪੰਗਾ ਪੈਂਦਾ। ਹੁਣ ਦੇਖੋ, ਉੱਥੇ ਗਿਆ ਬੰਦਾ, ਮੈਂ ਜਿਨ੍ਹਾਂ ਕੋਲ ਇੰਗਲੈਂਡ ਰਿਹਾ, ਭਾਈ ਸਾਹਿਬ ਉਹਨਾਂ ਕੋਲੇ, ਉਹ ਕਹਿੰਦੇ ਸਾਡੇ ਘਰ 'ਚ ਜੀ ਅੱਜ ਵੀ ਸਾਡੀ ਬੇਬੇ ਮੇਰੇ ਘਰ ਵਾਲੀ ਨੂੰ ਟੋਕੀ ਜਾਂਦੀ, ਤੂੰ ਸਿਰ 'ਤੇ ਚੁੰਨੀ ਨਹੀਂ ਲੈਂਦੀ। ਹੁਣ ਕਲਚਰ ਕਿਹੜਾ ਸੀ, ਕਿਹੜੇ ਕਲਚਰ 'ਚ ਗਏ ਅਤੇ ਉੱਥੇ ਅਡੋਪਟ ਉਹੀ ਕਲਚਰ ਕਰਨਾ ਪੈਣਾ। ਸੇਮ ਕੰਸੈਪਟ ਡਾਈਟ ਦਾ। ਜਦੋਂ ਮੈਂ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਕੋਈ ਚੰਗੀ, ਜਿਵੇਂ ਯਾਸ਼ਾ ਗੁੰਬਾ ਦੀ ਵਾਈਨ ਆ, ਉਹ ਵਾਈਨ ਸ਼ਰਾਬ ਨਹੀਂ ਗੀ, ਜੜੀਆਂ ਬੂਟੀਆਂ ਦੀ ਵਾਈਨ ਆ। ਯਾਸ਼ਾ ਗੁੰਬਾ, ਟੌਂਕਟਲੀ, ਹੌਰਸ ਚੈਸਟਨਟਸ, ਕਾਮੂ, ਇਹਨਾਂ ਚੀਜ਼ਾਂ ਦੀ ਵਾਈਨ ਤੁਸੀਂ ਤਾਂ ਲੈਣੀ ਤਾਂ ਕਿ ਤੁਹਾਡੇ ਲੰਗਸ ਜਿਹੜੇ ਨੇ ਉਹ ਸਟਰੋਂਗ ਰਹਿਣ, ਤੁਹਾਨੂੰ ਅਸਥਮੇ ਦੀ ਪ੍ਰੋਬਲਮ ਨਾ ਹੋਵੇ, ਐਲਰਜੀ ਨਾ ਹੋਵੇ, ਖਾਜ ਨਾ ਹੋਵੇ ਪਿੰਡੇ 'ਤੇ। ਪਰ ਇੱਥੇ ਤਾਂ ਲੋਕ, ਹੁਣ ਤੁਸੀਂ ਵਾਈਨ ਦੀ ਗੱਲ ਕਰਤੀ ਅਤੇ ਕਹਿਣਗੇ ਜੀ ਕਿ ਸ਼ਰਾਬ ਦੀ ਮਸ਼ਹੂਰੀ ਕਰੀ ਜਾ ਰਹੇ ਨੇ ਵੈਦ ਜੀ। ਦੇਖੋ, ਗੱਲ ਇਹ ਹੈ ਜੀ, ਤੁਸੀਂ ਵਾਈਨ ਨੂੰ ਪਹਿਲਾਂ ਤਾਂ ਤੁਹਾਨੂੰ ਸਮਝ ਹੋਣੀ ਚਾਹੀਦੀ ਆ, ਵਾਈਨ ਅੰਗੂਰਾਂ ਤੋਂ ਵੀ ਬਣ ਰਹੀ ਹੈ। ਸਾਰੇ ਤਰ੍ਹਾਂ ਦੀਆਂ ਵਾਈਨਸ ਅੱਡ ਅੱਡ ਨੇ। ਅੱਜ ਲੀਵਸ ਤੋਂ, ਗ੍ਰੀਨ ਲੀਵਸ ਕੰਪਨੀਆਂ ਦੁਨੀਆ ਦੀ ਸਭ ਤੋਂ ਵੱਡੀ, ਜਿਹੜੀ ਪੱਤਿਆਂ ਤੋਂ ਵਾਈਨ ਬਣਾ ਰਹੀ ਹੈ। ਲੋਕ ਹਰੇ ਭਰੇ ਰਹਿਣਾ ਚਾਹੁੰਦੇ ਆ, ਕਲੋਰੋਫਿਲ ਉਹਨੂੰ ਵੀ ਵਾਈਨ ਕਹਿ ਕੇ ਵੇਚ ਰਹੇ ਆ ਲੋਕ। ਉਹ ਵਾਈਨ ਆ, ਸ਼ਰਾਬ ਨਹੀਂ ਹੈਗੀ, ਅਲਕੋਹਲ ਦੀ ਮਾਤਰਾ ਹੈ ਨਹੀਂ। ਪਰ ਜੇ ਤੁਸੀਂ ਹਰੇ ਭਰੇ ਤੰਦਰੁਸਤ ਰਹਿਣਾ ਚਾਹੁੰਦੇ ਹੋ, ਪੱਤਿਆਂ ਵਾਂਗੂ ਗ੍ਰੀਨ ਚਾਹੁੰਦੇ ਹੋ, ਤਾਂ ਫਿਰ ਉਹ ਤੁਹਾਨੂੰ ਕਲੋਰੋਫਿਲ ਦੀ ਵਾਈਨ ਪੀਣੀ ਪੈਣੀ ਹੈ, ਹੋਰ ਕੋਈ ਤਰੀਕਾ ਹੈ ਨਹੀਂ। ਜਿਹੜੀ ਕੰਟਰੀ 'ਚ ਵੀ ਤੁਸੀਂ ਰਹਿੰਦੇ ਹੋ, ਖਾਸ ਕਰਕੇ ਮੈਂ ਇੰਗਲੈਂਡ ਦਾ ਇਸ ਕਰਕੇ ਨਾਮ ਲਿਆ ਕਿਉਂਕਿ ਸਾਡੇ ਕੋਲ ਹੀ ਕੈਂਸਰ ਦਾ 25-30 ਹਜ਼ਾਰ ਪੇਸ਼ੈਂਟ ਆ ਗਿਆ। ਹੁਣ ਜਿਹੜੇ ਕੈਂਸਰ ਦੇ ਮਰੀਜ਼ ਹੋ ਰਹੇ, ਜਦੋਂ ਅਸੀਂ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਡਾਈਟ ਦੇ ਵਿੱਚ ਹੀਟ ਕਿਹੜੀ ਚੀਜ਼ ਦੀ ਲੈਂਦੇ ਹੋ, ਅਸੀਂ ਬੌਲੀ ਬਣਾਈ ਆ। ਸਭ ਤੋਂ ਜ਼ਿਆਦਾ ਸਾਰੀਆਂ ਕੰਟਰੀਆਂ ਤੋਂ ਜ਼ਿਆਦਾ ਸੇਲ ਸਾਡੀ ਇੰਗਲੈਂਡ 'ਚ ਆ, ਕਿਉਂਕਿ ਉੱਥੇ ਕੋਲੈਸਟਰੋਲ ਮਿਲਕ ਲੈਂਦੇ ਆ, ਸਟਰੋਂਗ ਕਰਦਾ, ਲੰਗਸ ਨੂੰ ਟਾਈਟ ਹੋਣ ਤੋਂ ਬਚਾਉਂਦਾ ਗਾ, ਸਾਹ ਸੌਖਾ ਆਉਂਦਾ ਔਰ ਤੁਹਾਡੀ ਸਕਿਨ ਨੂੰ ਪ੍ਰੋਟੈਕਟ ਕਰ ਦਿੰਦਾ ਗਾ ਜੀ। ਅੱਜ ਰੌਲਾ ਹੀ ਇਸ ਗੱਲ ਦਾ ਪੈ ਗਿਆ ਕਿ ਅਸੀਂ ਜਿਹੜੀ ਕੰਟਰੀ 'ਚ ਪੈਦਾ ਹੋਏ ਹਾਂ, ਦੂਜੀ ਕੰਟਰੀ 'ਚ ਜਾ ਕੇ ਅਸੀਂ ਪਿਛਲੇ ਸਾਰੀਆਂ ਚੀਜ਼ਾਂ ਛੱਡਤੀਆਂ। ਇੱਥੋਂ ਜਾ ਕੇ ਖਾਣ ਵਾਲਾ ਬੰਦਾ ਉੱਥੇ ਬਰਗਰ, ਪੀਜ਼ੇ ਅਤੇ ਹੋਰ ਚੀਜ਼ਾਂ ਖਾਣ ਤਾਂ ਲੱਗ ਗਿਆ, ਪਰ ਬਰਗਰ ਪੀਜ਼ਿਆਂ ਵਰਗਾ ਹੀ ਹੋ ਗਿਆ। ਬਜ਼ੁਰਗਾਂ ਦੇ ਉੱਥੇ ਡਾਈਟ ਨਹੀਂ ਸੈੱਟ ਆ ਰਹੀ। 70-80% ਲੋਕਾਂ ਨੂੰ ਕਬਜ਼ ਆ, ਅਤੇ ਕਬਜ਼ ਦੀ ਚੂਰਨ, ਕੋਈ ਐਂਟਾਸਿਡ ਲੈ ਰਿਹਾ, ਕੋਈ ਮਿੱਠੀ ਦਵਾਈ ਰਾਤ ਨੂੰ ਪੀ ਰਿਹਾ, ਕੋਈ ਚੂਰਨ ਖਾ ਰਿਹਾ, ਕੋਈ ਖੱਟੀ ਮਿੱਠੀ ਗੋਲੀ ਖਾ ਰਿਹਾ। ਬ੍ਰੈਡ ਜਿੱਥੇ ਸਾਡੇ ਸਟੋਰਾਂ 'ਤੇ ਮਿਲਦੀ ਹੈ, ਖਾਸ ਕਰਕੇ ਜਿਹੜੇ ਡੋਮੀਨੋਜ਼, ਮੈਕਡੋਨਲਡ ਜਾਂ ਜਿਹੜੇ ਵੀ ਚੀਜ਼ਾਂ ਵੇਚਦੇ ਆ, ਉਹਨਾਂ ਦੇ ਉੱਤੇ ਤੁਹਾਨੂੰ ਕਦੇ ਵੀ ਚਾਹ ਨਹੀਂ ਮਿਲਦੀ, ਕਿਉਂਕਿ ਗੋਰਿਆਂ ਨੂੰ ਇਸ ਗੱਲ ਦਾ ਪਤਾ ਕਿ ਉਹਨਾਂ ਦੀ ਕੰਟਰੀ ਹੈ ਕਿ ਜੇ ਬ੍ਰੈਡ ਨੂੰ ਹਜਮ ਕਰਨਾ ਤਾਂ ਉਹ 'ਚ ਕਾਰਬਨ ਡਾਈਆਕਸਾਈਡ ਚਾਹੀਦਾ, ਅਤੇ ਕਾਰਬਨ ਡਾਈਆਕਸਾਈਡ ਮਿਲਦੀ ਹੈ ਸਾਨੂੰ ਕੋਕ, ਫੈਂਟਾ, ਅਤੇ ਉਹਨਾਂ ਦੇ ਵਿੱਚੋਂ ਗੈਸ ਹੁੰਦੀ ਹੈ ਜਿਹੜੀ ਬ੍ਰੈਡ ਨੂੰ ਗਾਲ ਦਿੰਦੀ ਹੈ। ਪਰ ਸਾਡਾ ਪੰਜਾਬੀ ਅੱਜ ਵੀ ਕੈਨੇਡਾ, ਅਮਰੀਕਾ ਬੈਠ ਤਾਂ ਗਿਆ ਜਾ ਕੇ, ਪਰ ਬ੍ਰੈਡ ਅੱਜ ਵੀ ਚਾਹ 'ਚ ਡੁਬੋ ਕੇ ਖਾਈ ਜਾਂਦਾ, ਅਤੇ ਚਾਹ ਦੇ ਵਿੱਚ ਨਿਕੋਟੀਨ, ਅਤੇ ਜਿਹੜੀ ਬ੍ਰੈਡ ਅਸੀਂ ਖਾਂਦੇ ਹਾਂ, ਕਿੱਥੇ ਤਾਂ ਸਾਡਾ ਕਲਚਰ ਸੀਗਾ ਪੰਜਾਬ ਦਾ ਵੀ ਅਸੀਂ ਬ੍ਰੈਡ ਤਾਂ ਬਿਮਾਰ ਹੋਏ ਬੰਦੇ ਨੂੰ ਲਿਆ ਕੇ ਦੇਣੀ ਹੈ, ਅਤੇ ਕਿੱਥੇ ਅਸੀਂ ਰੋਜ਼ ਚਾਹ 'ਚ ਡੁਬੋ ਕੇ ਜਿਹੜੀ ਬ੍ਰੈਡ ਖਾਂਦੇ ਹਾਂ ਉਹ ਵੀ ਸਾਡੇ ਲੰਗਸ ਦੇ ਅੰਦਰ ਚਿੰਬੜਦੀ ਹੈ ਜਾ ਕੇ, ਜਿਹੜੀ ਚਿਪਕ ਜਾਂਦੀ ਹੈ ਉਹ ਵੀ ਸਾਡੇ ਅੰਦਰ ਦਮ ਕਸੀ ਲਾਉਂਦੀ ਆ। ਅੰਦਰ ਹੀ ਅੰਦਰ ਸਾਡੇ ਅੰਦਰ ਲੰਗਸ 'ਚ ਚਿੰਬੜੀ ਹੋਈ ਬਿਮਾਰੀ ਜਿਹੜੀ ਉਹ ਸਾਡੇ ਅੰਦਰ ਫੈਟੀ ਲੀਵਰ, ਕ੍ਰੋਨਿਕਸ ਪ੍ਰੋਬਲਮ ਇਕੱਠੀਆਂ ਕਰਦੀ ਹੈ, ਔਰ ਇੱਥੇ ਤੱਕ ਕਿ ਜਿਹੜੀ ਟੱਟੀ ਸੁੱਕਦੀ ਉਹਦੀ ਗੰਦੀ ਗੈਸ ਨਾਲ ਹਜ਼ਾਰਾਂ ਮਰੀਜ਼ ਬਿਮਾਰ ਹੋ ਰਹੇ ਆ ਜੀ। ਫਿਰ ਵੈਦ ਜੀ, ਤੁਹਾਡੀਆਂ ਗੱਲਾਂ ਬਿਲਕੁਲ ਠੀਕ ਨੇ, ਪਰ ਕਿਤੇ ਨਾ ਕਿਤੇ ਇਹਨਾਂ ਨੂੰ ਪ੍ਰੈਕਟੀਕਲ ਅਸੀਂ ਕਿਵੇਂ ਅਡਾਪਟ ਕਰ ਸਕਦੇ, ਕਿਉਂਕਿ ਅਸੀਂ ਜਿਹੜੀ ਕੰਟਰੀ ਦੇ ਵਿੱਚ ਚਲੇ ਗਏ, ਜਿਸ ਮੁਲਕ ਦੇ ਵਿੱਚ ਅਸੀਂ ਚਲੇ ਗਏ, ਅਸੀਂ ਹੁਣ ਉੱਥੇ ਮੱਕੀ ਦਾ ਸਾਗ ਅਸੀਂ ਜਿਹੜੇ ਮੱਕੀ ਦੀ ਰੋਟੀ ਪਾ ਲਈਏ, ਸਰੋਂ ਦਾ ਸਾਗ ਪਾ ਲਈਏ, ਅਸੀਂ ਦਾਲ ਪਾ ਲਈਏ ਜਾ ਕੇ ਉੱਥੇ, ਅਸੀਂ ਕਹੀਏ ਕਿ ਇੱਥੇ ਜਿਹੜਾ ਕੜੀ ਚਾਵਲ ਅਸੀਂ ਖਾਂਦੇ ਹਾਂ, ਰਾਜਮਾ ਚਾਵਲ ਅਸੀਂ ਖਾਂਦੇ ਹਾਂ, ਫਿਰ ਇਹ ਪ੍ਰੈਕਟੀਕਲ ਮੈਨੂੰ ਲੱਗਦਾ ਨਹੀਂ ਜੀ ਕਿ ਇਸ ਤਰ੍ਹਾਂ ਪੋਸੀਬਲ ਹੈ ਕੋਈ ਚੀਜ਼। ਦੇਖੋ ਫਰੂਕੀ ਸਾਹਿਬ, ਜਿਹੜੀਆਂ ਕੰਟਰੀਆਂ 'ਚ ਸਾਰੀਆਂ ਚੀਜ਼ਾਂ ਅਵੇਲੇਬਲ ਆ, ਲੇਕਿਨ ਰੌਲਾ ਕੀ ਹੈ ਵੀ ਤੁਸੀਂ ਕਿਹੜੀ ਚੀਜ਼ ਦੇ ਨਾਲ ਜ਼ਿੰਦਗੀ ਜਿਉਂ ਰਹੇ ਹੋ। ਅਗਰ ਤੁਹਾਡੇ ਕੋਲ ਪ੍ਰੋਟੀਨ ਦਾ ਸਰੋਤ ਘੱਟ ਆ, ਪ੍ਰੋਟੀਨ ਤੁਸੀਂ ਖਾ ਨਹੀਂ ਰਹੇ, ਤਾਂ ਤੁਸੀਂ ਆਪੇ ਬੁੱਢੇ ਹੋ ਜਾਣਾ। ਤੁਹਾਡੇ ਕੋਲ ਕਲਚਰ ਰਹਿ ਗਿਆ ਵੀ ਤੁਹਾਨੂੰ ਆਇਰਨ, ਜ਼ਿੰਕ, ਫਾਸਫੋਰਸ ਇਹਨਾਂ ਚੀਜ਼ਾਂ ਦੀ ਲੋੜ ਹੈ, ਪਰ ਉਹ ਲੈ ਨਹੀਂ ਰਹੇ। ਇੱਕ ਦੂਸਰੀ ਗੱਲ, ਬਾਹਰਲੀਆਂ ਕੰਟਰੀਆਂ ਦੀ ਸਭ ਤੋਂ ਵੱਡੀ ਬਿਮਾਰੀ ਦੇਖੋ, ਜਿਹੜੀ ਚੀਜ਼ ਤੁਹਾਡੀ ਬੋਡੀ ਦੇ ਅੰਦਰ ਤੁਸੀਂ ਬਾਹਰੋਂ ਭੇਜਣ ਲੱਗ ਗਏ,
ਇਹ ਮੇਰਾ ਸਾਰੇ ਲੋਕਾਂ ਨੂੰ ਬੇਨਤੀ ਹੈ, ਤੁਸੀਂ ਇਸ ਚੀਜ਼ ਨੂੰ ਚੈੱਕ ਕਰਾ ਕੇ ਦੇਖ ਲਿਓ। ਤੁਹਾਡੀ ਬਾਡੀ ਦਾ ਸਟਰਕਚਰ ਇਹ ਗੱਲ ਕਹਿੰਦਾ ਵੀ ਜਿਹੜੀ ਚੀਜ਼ ਤੁਸੀਂ ਅੰਦਰ ਭੇਜਣ ਲੱਗੇ ਲੈ ਕੇ ਬਿਨਾਂ ਮਤਲਬ, ਉਹ ਚੀਜ਼ ਤੁਹਾਡੀ ਬਾਡੀ ਨੇ ਬਣਾਉਣੀ ਬੰਦ ਕਰਤੀ। ਮੇਰੇ ਵਰਗਾ ਬਾਹਰ ਗਿਆ ਅਮਰੀਕਾ, ਚੱਕ ਕੇ 15 ਡੱਬੇ ਉੱਥੋਂ ਨਾਲ ਕਿਸੇ ਨੇ ਦੇਤੇ, ਆ ਵੈਸਾ ਤੁਸੀਂ ਕੈਲਸ਼ੀਅਮ, ਆਇਰਨ, ਵਿਟਾਮਿਨ, ਜ਼ਿੰਕ ਸਲਫੇਟ, ਵਿਟਾਮਿਨ ਸੀ, ਫਲਾਨੀ ਧੌਂਕੜੀ ਗੋਲੀ ਖਾਈ ਚੱਲੋ। ਮੈਂ ਕਿਹਾ ਖਾਣੀ ਕਾਹਦੇ ਵਾਸਤੇ ਆ? ਨਹੀਂ ਜੀ, ਇਹਦੇ ਨਾਲ ਸਿਹਤ ਠੀਕ ਰਹਿੰਦੀ ਹੈ। ਜਦੋਂ ਮੇਰੇ ਅੰਦਰ ਕੈਲਸ਼ੀਅਮ ਬਣ ਰਿਹਾ, ਆਇਰਨ ਬਣ ਰਿਹਾ, ਜ਼ਿੰਕ ਬਣ ਰਿਹਾ, ਫਾਸਫੋਰਸ ਬਣ ਰਿਹਾ, ਵਿਟਾਮਿਨ ਸੀ ਬਣ ਰਿਹਾ, ਵਿਟਾਮਿਨ ਡੀ ਬਣ ਰਹੀ ਹੈ, ਤਾਂ ਮੈਂ ਬਾਹਰੋਂ ਕਾਹਦੇ ਲਈ ਲੈਣੀ ਆ? ਲੇਕਿਨ ਜਦੋਂ ਮੈਂ ਆਪਣੀ ਸਿਆਣਪ ਘੋਟ ਕੇ ਉਹ ਦਵਾਈਆਂ ਬਾਹਰੋਂ ਲੈਣ ਲੱਗਦਾ, ਜਿਹੜੀਆਂ ਮੇਰੇ ਦਿਮਾਗ ਨੇ ਬਣਾਈਆਂ, ਜਿਹੜੇ ਸਰੀਰ ਨੇ ਬਣਾਈਆਂ, ਉਹ ਪਰਮਾਤਮਾ ਨੇ ਬਣਾਈਆਂ ਹੋਈਆਂ ਨੇ, ਪਰ ਮੈਂ ਆਪਣੇ ਦਿਮਾਗ ਨਾਲ ਜਦੋਂ ਉਹ ਚੀਜ਼ਾਂ ਲੈਣੀਆਂ ਸ਼ੁਰੂ ਕਰਦਾ ਤਾਂ ਮੇਰਾ ਸਰੀਰ ਉਹ ਚੀਜ਼ਾਂ ਬਣਾਉਣੀਆਂ ਬੰਦ ਕਰ ਦਿੰਦਾ। ਅੱਜ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ, ਨਿਊਜ਼ੀਲੈਂਡ, ਹਜ਼ਾਰਾਂ ਬੰਦਿਆਂ ਨੂੰ ਅਸੀਂ ਰੋਜ਼ ਦੀ ਵਿਟਾਮਿਨ D3 ਦੇ ਸ਼ੈਸ਼ੇ ਭੇਜਦੇ ਹਾਂ, ਕੈਲਸ਼ੀਅਮ ਦੀਆਂ ਗੋਲੀਆਂ ਭੇਜਦੇ। ਮੈਂ ਕਿਹਾ ਕਿ ਕਦੋਂ? ਕਹਿੰਦੇ ਜੀ ਹੁਣ ਕੈਲਸ਼ੀਅਮ ਦੀ ਗੋਲੀ 15 ਦਿਨ ਹੋ ਗਏ ਖਾਧੀ ਨਹੀਂ ਤੇ ਗੋਡੇ ਦੁਖੀ ਜਾਂਦੇ। ਮੈਂ ਕਿਹਾ ਖਾਣੀ ਕਾਹਤੋਂ ਸ਼ੁਰੂ ਕੀਤੀ ਸੀ, ਚੈੱਕ ਕਰਾਇਆ ਸੀਗਾ? ਕਹਿੰਦੇ ਨਹੀਂ ਕਰਾਇਆ ਤਾਂ ਨਹੀਂ ਜੀ, ਐਵੇਂ ਹੀ ਘਰਦਿਆਂ ਨੇ ਦੇਣ ਲੱਗ ਗਏ। ਉਹ ਜਿਹੜਾ ਨੈਚੁਰਲ ਕੈਲਸ਼ੀਅਮ ਅੰਦਰ ਸੀਗਾ, ਉਹਨੂੰ ਜਦੋਂ ਅਸੀਂ ਬਾਹਰਲੀ ਡਾਈਟ ਨਾਲ ਦੇਣਾ ਸ਼ੁਰੂ ਕਰ ਦਿੰਦੇ ਹਾਂ ਤੇ ਹੌਲੀ ਹੌਲੀ ਅਸੀਂ ਪਰਮਾਨੈਂਟ ਮਰੀਜ਼ ਬਣ ਜਾਂਦੇ ਔਰ ਪਰਮਾਨੈਂਟ ਦਵਾਈਆਂ ਖਾਈ ਜਾਂਦੇ ਹਾਂ। ਇਸੇ ਤਰ੍ਹਾਂ ਦੀ ਤੁਹਾਡੀ ਡਾਈਟ ਆ। ਜਿਹੜੇ ਬੰਦੇ ਉੱਥੇ ਰਹਿ ਕੇ ਵੈਜੀਟੇਰੀਅਨ ਨੇ, ਖਾਸ ਕਰਕੇ, ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਨੇ ਜਿਹੜੀਆਂ ਤੁਹਾਡੇ ਸਿਹਤ ਦੇ ਸਰੋਤ ਨੂੰ ਠੀਕ ਰੱਖਦੀਆਂ। ਪਰ ਜਿਹੜੀ ਕੰਟਰੀ 'ਚ ਤੁਸੀਂ ਰਹਿ ਰਹੇ ਹੋ, ਜੇ ਤੁਹਾਨੂੰ DNA ਚਾਹੀਦਾ, ਹੁਣ ਅਲਸੀ ਦੀਆਂ ਪਿੰਨੀਆਂ ਤੁਸੀਂ ਕਹੋ, ਤੇ ਅਲਸੀ ਦੀਆਂ ਪਿੰਨੀਆਂ ਉੱਥੇ ਅਸੀਂ ਬਣਾ ਕੇ ਹੁਣ ਪੰਜੀਰੀ ਭੇਜੀ ਹੈ ਬਹੁਤ ਸਾਰੇ ਬੰਦਿਆਂ ਨੂੰ। ਹਜ਼ਾਰਾਂ ਤਰ੍ਹਾਂ ਦੇ ਅਸੀਂ ਇੱਥੋਂ ਡਾਈਟ ਬਣਾ ਰਹੇ ਹਾਂ, ਨਟਸ ਪ੍ਰੋਟੀਨ ਬਣਾ ਰਹੇ ਹਾਂ। ਉਹ ਇੰਡੀਅਨ ਸੀ ਕਿਉਂ ਬਣਾ ਕੇ ਭੇਜਦੇ ਹਾਂ ਅਸੀਂ? ਤੁਸੀਂ ਬਹੁਤ ਸਾਰੇ ਬੰਦੇ ਦੁਬਈ ਮਿਲੇ ਮੈਨੂੰ ਜੀ, ਜਿਹੜੇ ਬੰਦੇ ਖਜੂਰ ਖਾਈ ਜਾਂਦੇ, ਜੰਮੇ ਹੋਏ ਇੱਥੋਂ ਦੇ, ਉਹ ਖਜੂਰਾਂ ਖਾ ਖਾ ਕੇ ਮੂੰਹ ਪੱਕਣ ਲੱਗ ਗਿਆ, ਪ੍ਰੀਮੈਚੁਰ ਦੇ ਪੇਸ਼ੈਂਟ ਹੋ ਗਏ, ਹੀਟ ਇੰਨੀ ਵੱਧ ਗਈ। ਹੁਣ ਤੁਸੀਂ ਉਹਨਾਂ ਤੇ ਰੀਸ ਕਿਵੇਂ ਕਰ ਸਕਦੇ ਹੋ ਜਿਹੜੇ ਉੱਥੋਂ ਦੇ ਜੰਮੇ ਨੇ? ਤੁਸੀਂ ਬਹੁਤ ਵੱਡਾ ਪੁਆਇੰਟ ਇੱਥੇ ਵੈਜੀ ਜਿਹੜਾ ਚੱਕਿਆ ਹੈ, ਗ੍ਰਸਤੀ ਨੂੰ ਲੈ ਕੇ। ਤੁਸੀਂ ਜਿਸ ਚੀਜ਼ ਤੇ ਤੁਹਾਡੀ, ਮੈਂ ਮੰਨਦਾ ਕਿ ਸਪੈਸ਼ਲਿਟੀ ਵੀ ਹੈ, ਤੇ ਇੰਗਲੈਂਡ ਦੇ ਵਿੱਚ ਵੀ ਤਾਂ ਇਹ ਦਿੱਕਤ ਬਹੁਤ ਜ਼ਿਆਦਾ ਆ ਰਹੀ ਹੈ, ਤੇ ਉੱਥੇ ਜਿਹੜੀ ਗ੍ਰਸਤੀ ਜੀਵਨ ਹੈਗਾ ਉਹ ਤਾਰ-ਤਾਰ ਹੋ ਰਿਹਾ। ਉੱਥੇ ਦੇ ਗ੍ਰਸਤੀ ਜ਼ਿੰਦਗੀ ਹੈ ਜਿਹੜੀ ਤਬਾਹ ਹੋਣ ਦੇ ਕੰਢੇ ਲਗਭਗ ਪਹੁੰਚ ਚੁੱਕੀ ਹੈ, ਉਹ ਕਿਸੇ ਵੀ ਵਰਗ ਦੀ ਅਸੀਂ ਕਹਿ ਲਈਏ। ਤੇ ਫਿਰ ਉਹਦਾ ਕਾਰਨ ਕੀ ਮੰਨਦੇ ਹੋ ਤੁਸੀਂ? ਇੰਗਲੈਂਡੀਆਂ ਵਾਸਤੇ ਕੀ ਸੁਝਾਅ ਹੈ ਤੁਹਾਡਾ? ਦੇਖੋ, ਸਭ ਤੋਂ ਵੱਡੀ ਗੱਲ ਜਿਹੜੇ ਇੰਗਲੈਂਡ 'ਚ ਆ ਜੀ, ਬਹੁਤ ਵੱਡੀ ਤਾਦਾਦ 'ਚ ਲੋਕ ਨਸ਼ਾ ਕਰਦੇ ਆ, ਚਿੱਟਾ, ਆਈਸ, ਹੀਰੋਇਨ, ਸਮੈਕ ਵਗੈਰਾ। ਬਹੁਤ ਬੱਚੇ ਸਾਡੇ ਕੋਲੇ ਵੀ ਆ ਜਿਹੜੇ ਐਡਿਕਟਡ ਨੇ ਉੱਥੋਂ। ਦੂਸਰੀ ਗੱਲ ਆ ਕਿ ਉੱਥੇ ਠੰਡ ਬਹੁਤ ਜ਼ਿਆਦਾ, ਮੌਇਸਚਰ ਬਹੁਤ ਆ, ਸਲਾਬ ਬਹੁਤ ਆ। ਤੀਸਰੇ ਨੰਬਰ 'ਤੇ ਸੈਕਸੁਅਲ ਲਾਈਫ 'ਤੇ ਵੱਡਾ ਇਫੈਕਟ ਆ ਕਿ ਕਾਰੋਬਾਰ ਲੋਕਾਂ ਦੇ ਉੱਥੇ, ਕੰਟਰੀ ਛੋਟੀ ਹੈ ਔਰ ਬਹੁਤ ਜ਼ਿਆਦਾ ਸਟ੍ਰੈਸ ਆ ਲੋਕਾਂ 'ਤੇ ਕਾਰੋਬਾਰ ਚਲਾਉਣ ਵਾਸਤੇ। ਗ੍ਰਸਤੀ ਜ਼ਿੰਦਗੀ ਵਾਸਤੇ ਤੁਹਾਡਾ ਪੀਸ ਦਿਮਾਗ ਦਾ ਬਹੁਤ ਜ਼ਿਆਦਾ ਚਾਹੀਦਾ। ਗ੍ਰਸਤ ਇੱਕ ਐਸਾ ਸ਼ਬਦ ਹੈ ਕਿ ਬਾਲ ਜਿੰਨੇ ਖੜਕੇ ਨਾਲ ਵੀ ਤੁਹਾਡੀ ਜ਼ਿੰਦਗੀ ਤਬਦੀਲ ਕਰ ਦਿੰਦਾ। ਤੁਸੀਂ ਗ੍ਰਸਤ ਕਰਨ ਲਈ ਬਿਲਕੁਲ ਤਿਆਰ ਹੋ ਤੇ ਸਿੰਗਲ ਨੈਟਿੰਗ ਕਰਕੇ ਆਵਾਜ਼ ਆਈ ਹੈ ਤੇ ਕੋਈ ਨਾ ਕੋਈ ਹੋਰ ਗੱਲ ਬਣ ਜਾਂਦੀ ਹੈ ਉੱਥੇ ਜੀ। ਉੱਥੇ ਮੌਸਮ ਸਲਾਬੇ ਹੋਣ ਕਰਕੇ ਲੋਕਾਂ ਕੋਲ ਟਾਈਮ ਘੱਟ ਆ, ਸਟ੍ਰੈਸ ਬਹੁਤ ਜ਼ਿਆਦਾ ਹੈਗਾ। ਮੌਸਮ ਸਲਾਬ ਦੇ ਨਾਲ ਉੱਥੇ ਲੋਕਾਂ ਨੂੰ ਪ੍ਰੀਮੈਚੁਰ ਦੇ ਪੇਸ਼ੈਂਟ ਨੇ, ਬਹੁਤ ਸਾਰੇ ਪੇਸ਼ੈਂਟ ਉੱਥੇ ਅਸੀਂ ਦੇਖੇ ਜਿਹੜੇ ਸ਼ੂਗਰ ਦੇ ਮਰੀਜ਼ ਬਣ ਗਏ। ਉਹਨਾਂ ਦੀ ਪੈਨਿਸ ਜਿਹੜੀ ਆ ਉਹ ਸ਼ਰਿੰਕ ਹੋਣੀ ਸ਼ੁਰੂ ਹੋਈ ਕਿਉਂਕਿ ਮੌਸਮ ਠੰਡਾ ਗਾ, D3 ਦੀ ਮਾਤਰਾ ਘਟਦੀ ਹੈ। ਹੁਣ 2 ਮਹੀਨੇ ਉੱਥੇ ਧੁੱਪ ਪੈਣੀ ਹੈ ਤੇ ਉਹਨਾਂ ਟਾਈਮ ਹੀ ਹੈ ਨਹੀਂ ਵੀ ਬੰਦੇ ਉੱਥੇ ਨੰਗੇ ਹੋ ਕੇ ਧੁੱਪੇ ਪੈਣ ਜਾਂ D3 ਨੂੰ ਅਬਜ਼ੋਰਬ ਕਰ ਸਕਣ। ਜਿਹੜੀਆਂ ਦਵਾਈਆਂ ਅਸੀਂ ਲੈ ਰਹੇ ਹਾਂ ਉਹਨਾਂ ਦੇ ਅਸੀਂ ਨੈਚੁਰਲ ਸੋਰਸ ਖਤਮ ਕਰ ਲਿਆ। ਬਾਹਰ ਦੀਆਂ ਬੜੀਆਂ ਚੀਜ਼ਾਂ ਨੂੰ ਅਸੀਂ ਵਿਟਾਮਿਨਸ ਵਗੈਰਾ ਜਿਹੜੇ ਲੈਂਦੇ ਹਾਂ ਉਹ ਵੀ ਸਾਡੀ ਬੋਡੀ 'ਤੇ ਕਿਤੇ ਨਾ ਕਿਤੇ ਇਫੈਕਟ ਕਰਦੇ ਆ। ਇਸ ਕਰਕੇ ਇੰਗਲੈਂਡ ਵਰਗੀ ਕੰਟਰੀ ਦੇ ਵਿੱਚ ਖਾਸ ਕਰਕੇ ਕੈਂਸਰ ਦੇ ਮਰੀਜ਼ ਆ ਜਿਹੜੇ, ਜਾਂ ਜਿਹੜੇ ਸੈਕਸ ਦੇ ਮਰੀਜ਼ ਆ, ਇਹਨਾਂ ਦੀ ਗਿਣਤੀ ਸਭ ਤੋਂ ਵੱਡਾ ਕਾਰਨ ਹੈ ਇਸ ਕਰਕੇ ਵੱਧ ਰਹੀ ਹੈ ਜੀ। ਤੇ ਫਿਰ ਇੱਕ ਜਾਂਦੇ ਜਾਂਦੇ ਆਖਰੀ ਸਵਾਲ, ਸਮਾਂ ਇਜਾਜ਼ਤ ਨਹੀਂ ਦਿੰਦਾ, ਵੈਜੀ, ਜਦੋਂ ਕਿਸੇ ਮੁਲਕ ਦੇ ਵਿੱਚ, ਅਸੀਂ ਇੰਗਲੈਂਡ ਦੀ ਗੱਲ ਨਹੀਂ ਕਰਦੇ, ਜਦੋਂ ਅਸੀਂ ਕਿਸੇ ਵੀ ਮੁਲਕ ਦੇ ਵਿੱਚ ਜਾਂਦੇ ਹਾਂ ਤੇ ਸਾਡਾ ਸਰੀਰ ਸਾਨੂੰ ਲੱਗਦਾ ਹੈ ਕਿ ਪਹਿਲਾਂ ਵਰਗੀ ਪੋਜੀਸ਼ਨ ਦੇ ਵਿੱਚ ਨਹੀਂ ਹੈ, ਚਾਹੇ ਉਹ ਗ੍ਰਸਤੀ ਜ਼ਿੰਦਗੀ ਨਾਲ ਸੰਬੰਧਿਤ ਹੋਵੇ ਜਾਂ ਫਿਰ ਰੂਟੀਨ ਵਾਲੇ ਕੰਮਾਂ ਨਾਲ ਸੰਬੰਧਿਤ ਹੋਵੇ, ਤੇ ਕੋਈ ਸੰਕੇਤ, ਸਪੈਸੀਫਿਕ ਸੰਕੇਤ ਹੁੰਦੇ ਨੇ, ਸਰੀਰ ਸਾਡਾ ਸੰਕੇਤ ਸਾਨੂੰ ਦਿੰਦਾ ਹੈ, ਕੋਈ ਘੰਟੀ ਖੜਕਾਉਂਦਾ, ਕੋਈ ਅਲਾਰਮਿੰਗ ਸਿਚੁਏਸ਼ਨ ਹੁੰਦੀ ਹੈ ਜਿਸ ਚੀਜ਼ ਨੂੰ ਅਸੀਂ ਸਮਝ ਸਕੀਏ ਤੇ ਸਮਾਂ ਰਹਿੰਦਿਆਂ ਉਸ ਚੀਜ਼ ਦਾ ਟ੍ਰੀਟਮੈਂਟ ਕਰਾ ਸਕੀਏ। ਦੇਖੋ ਫਰੂਕੀ ਸਾਹਿਬ, ਤੁਸੀਂ ਜਦੋਂ ਜਿੱਥੋਂ ਦੇ ਤੁਸੀਂ DNA ਤੋਂ ਪੈਦਾ ਹੋਏ ਹੋ ਤੇ ਜਿਹੜੀ ਕੰਟਰੀ 'ਚ ਤੁਸੀਂ ਜਾ ਰਹੇ ਹੋ ਉੱਥੇ ਤੁਸੀਂ ਅਡੋਪਟ ਕੀ ਕਰ ਰਹੇ ਹੋ? ਯੂਰਪ ਦੇ ਵਿੱਚ ਆਪਾਂ ਜਾਂਦੇ ਹਾਂ ਤਾਂ ਸਭ ਤੋਂ ਜ਼ਿਆਦਾ ਲੋਕ ਕੌਫੀ ਪੀਂਦੇ ਆ, ਬਲੈਕ ਕੌਫੀ, ਲੇਕਿਨ ਅਸੀਂ ਆਪਣੀ ਮੱਤ ਉੱਥੇ ਵੀ ਜਾ ਕੇ ਘੋੜਦੇ ਹਾਂ, ਅਸੀਂ ਕੌਫੀ ਘੱਟ ਪਾਉਣੀ ਤਾਂ ਦੁੱਧ ਦੀ ਮਾਤਰਾ ਜ਼ਿਆਦਾ ਪਾਉਣੀ, ਹਾਲਾਂਕਿ ਦੁੱਧ ਅਤੇ ਕੌਫੀ ਦਾ ਮੇਲ ਕੋਈ ਨਹੀਂ ਗਾ। ਇਸ ਕਰਕੇ ਸੰਕੇਤ ਕੀ ਆ ਵੀ ਜਿਹੜੀ ਕੰਟਰੀ 'ਚ ਤੁਸੀਂ ਜਾ ਕੇ ਰਹਿ ਰਹੇ ਹੋ
ਜਿਹੜੀ ਕੰਟਰੀ ਦੇ ਵਿੱਚ ਤੁਸੀਂ ਜਾ ਕੇ ਪੈਰ ਜਮਾਉਣੇ ਆ, ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇੱਥੇ ਮੈਂ ਕਿਹੜੀਆਂ ਚੀਜ਼ਾਂ ਖਾਣੀਆਂ ਕਿਹੜੀਆਂ ਨਹੀਂ, ਔਰ ਹਰ ਕੰਟਰੀ ਦੇ ਮੁਤਾਬਕ ਡੋਜ਼। ਤੁਹਾਡੇ ਕੋਲ ਡਾਈਟ ਚਾਰਟ ਹੈ ਸਾਰੀ ਕੰਟਰੀਆਂ ਦਾ? ਸਾਰਾ ਤਰ੍ਹਾਂ ਦੇ ਡਾਈਟ ਚਾਰਟ ਅਸੀਂ ਕੰਟਰੀ ਟੂ ਕੰਟਰੀ ਬਣਾ ਰਹੇ ਹਾਂ। ਸਾਡੇ ਕੋਲ ਲਗਭਗ ਈਸ਼ਵਰ ਦੀ ਕਿਰਪਾ ਰਹੀ ਤੇ ਐਤਕੀ ਅਸੀਂ 1 ਲੱਖ ਬੰਦੇ ਤੱਕ ਪਹੁੰਚ ਜਾਣਾਗਾ ਜਿਹੜੇ ਡਾਈਟ ਚਾਰਟ ਅਸੀਂ ਲੋਕਾਂ ਨੂੰ ਦਿੱਤੇ, ਔਰ ਜਿਹੜੇ ਲੋਕ ਸਾਨੂੰ ਪਿਆਰ ਕਰਦੇ ਆ, ਜਿਨ੍ਹਾਂ ਨੇ ਉਸ ਚੀਜ਼ ਨੂੰ ਅਡਾਪਟ ਕੀਤਾ। ਜਿਵੇਂ ਸਿੰਪਲ ਉਦਾਹਰਨ, ਲੋਕ ਸਾਡੇ ਕੋਲ ਆ ਕੇ ਕਹੀ ਜਾਂਦੇ ਕਲੋਰੋਫਿਲ ਤੇਲ ਚਾਹੀਦਾ। ਮੈਂ ਕਿਹਾ ਜੀ ਸਿਰ ਤੇ ਤੇਲ ਲਾਉਂਦੇ ਹੋ? ਕਹਿੰਦੇ ਅੱਜ ਤੱਕ ਤਾਂ ਲਾਇਆ ਨਹੀਂ। ਤਾਂ ਮੈਂ ਕਿਹਾ ਫਿਰ ਤੇਲ ਕਾਹਦੇ ਲਈ ਚਾਹੀਦਾ? ਕਹਿੰਦਾ ਸਿਰ ਗੰਜਾ ਹੋ ਗਿਆ। ਜੇ ਸਿਰ ਨੂੰ ਤੇਲ ਹੀ ਨਹੀਂ ਲਾਉਣਾ, ਜਿਹੜੇ ਬੂਟੇ ਨੂੰ ਪਾਣੀ ਨਹੀਂ ਦੇਣਾ, ਤੇ ਉਹਨੇ ਆਪਣੇ ਆਪ ਹੀ ਸੁੱਕਣਾ। ਜੇ ਤੇਲ ਕਲੋਰੋਫਿਲ ਵੀ ਨਹੀਂ ਲਾਉਣਾ, ਜਿਹੜਾ ਮਰਜ਼ੀ ਤੇਲ ਲਾ ਲਓ, ਪਰ ਜੇ ਵਾਲਾਂ ਨੂੰ ਤੇਲ ਲੱਗੂਗਾ ਤਾਂ ਹੀ ਉਹ ਰੂਟਸ ਚੱਲਣਗੇ ਨਾ। ਅਸੀਂ ਜਿਹੜੀ ਕੰਟਰੀ ਜਾਣਾ, ਸਭ ਤੋਂ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਕਿ ਇਸ ਕੰਟਰੀ ਦੇ ਵਿੱਚ ਸਾਨੂੰ ਡਾਈਟ ਕਿਹੜੀ ਚਾਹੀਦੀ ਆ। ਹਰ ਕੰਟਰੀ ਮੁਤਾਬਕ, ਜਿਵੇਂ ਖਜੂਰਾਂ ਦੁਬਈ ਵਾਲੇ ਖਾ ਸਕਦੇ ਆ, ਪਰ ਜੇ ਮੇਰੇ ਵਰਗਾ ਉੱਥੇ ਜਾ ਕੇ ਖਜੂਰਾਂ ਖਾਊਗਾ ਤੇ ਮੂੰਹ ਪੱਕੂਗਾ ਤੇ ਸੁਪਨ ਦੋਸ਼ ਦਾ ਮਰੀਜ਼ ਆਪੇ ਮੈਂ ਬਣ ਜਾਣਾ ਜੀ। ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ। ਸੋ ਇਹ ਸਨ ਵੈਦ ਜਗਦੀਪ। ਅਸੀਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕੰਟਰੀ ਟੂ ਕੰਟਰੀ ਜਿਹੜੀਆਂ ਬਿਮਾਰੀਆਂ ਨੇ, ਜਿੱਥੇ ਜਿੱਥੇ ਸਾਡਾ ਪੰਜਾਬੀ ਭਾਈਚਾਰਾ ਬੈਠਾ ਹੈ, ਉਹਨਾਂ ਦੇ ਮੁਤਲਕ ਜਿਹੜੀ ਅਗਲੀ ਗੱਲਬਾਤ ਹੈ, ਜਿਹੜੀਆਂ ਅਗਲੀ ਇੰਟਰਵਿਊਜ਼ ਉਹਦੇ ਮੁਤਲਕ ਅਸੀਂ ਕਰ ਸਕੀਏ। ਫਿਲਹਾਲ ਇਹ ਗੱਲਬਾਤ ਤੁਹਾਨੂੰ ਕਿਵੇਂ ਲੱਗੀ, ਇਸ ਬਾਬਤ ਤੁਸੀਂ ਆਪਣੀ ਰਾਏ ਸਾਨੂੰ ਜ਼ਰੂਰ ਦਿਓ। ਫਿਲਹਾਲ ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ, ਕੋਈ ਸ਼ੰਕਾ ਹੈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਿਹੜਾ ਕਰ ਸਕਦੇ ਹੋ। ਅਸੀਂ ਕੋਸ਼ਿਸ਼ ਕਰਾਂਗੇ, ਵੈਜ ਦੀ ਟੀਮ ਕੋਸ਼ਿਸ਼ ਕਰੇਗੀ ਤੁਹਾਡੇ ਨਾਲ ਉਹ ਕਮੈਂਟ ਦੇ ਜ਼ਰੀਏ ਰਾਬਤਾ ਕਰਕੇ ਤੁਹਾਡੀ ਸਮੱਸਿਆ ਹੱਲ ਕਰਨ ਦੀ। ਫਿਲਹਾਲ ਮੈਨੂੰ ਇਹ ਗੱਲਬਾਤ ਇੱਥੇ ਹੀ ਖਤਮ ਕਰਨ ਦੀ ਦਿਓ ਆਗਿਆ। ਧੰਨਵਾਦ।